अंबानी ਉਹ ਬੰਦਾ ਹੈ। ਆ ਗੂਗਲ ਦੇ ਉੱਤੇ ਸਰਚ ਮਾਰੋ ਨੌਜਵਾਨੋ, ਇਹਦੇ ਉੱਤੇ ਸਰਚ ਮਾਰ ਕੇ ਵੇਖੋ ਦੁਨੀਆ ਦੇ, ਪੂਰੀ ਦੁਨੀਆ ਦੇ 7ਵੇਂ ਨੰਬਰ ਦਾ ਅਮੀਰ ਆਦਮੀ ਹੈ। ਔਰ ਉਹਦੀ ਜਿਹੜੀ ਉਹਦੇ ਕੋਲ ਦੌਲਤ ਹੈ, ਜਿਹੜਾ ਉਹਦਾ ਕਾਰੋਬਾਰ ਘੁੰਮਦਾ, ਉਹਦੀ ਅਮਾਉਂਟ ਜਿਹੜੀ ਸੁਣ ਕੇ, ਉਹਦੀ ਰਕਮ ਸੁਣ ਕੇ ਵੀ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। 6 ਕਰੋੜ 53 ਲੱਖ 237 ਕਰੋੜ ਰੁਪਏ ਦਾ ਕਾਰੋਬਾਰ ਹੈ ਰਿਲਾਇੰਸ ਦਾ। ਔਰ ਅਸੀਂ ਉਸ ਬੰਦੇ ਦਾ ਬਾਈਕਾਟ ਕਰ ਰਹੇ ਹਾਂ ਨਾ, ਅਸੀਂ ਬਾਈਕਾਟ ਦਾ ਕਰ ਹੀ ਨਹੀਂ ਸਕਦੇ। 15 ਦਿਨ ਲੱਗ ਜਿਹੜੇ ਸੀ ਇੱਥੇ ਆਉਂਦੇ ਆ, ਅੱਗੇ ਆ ਜਾਓ। ਰਿਲਾਇੰਸ ਦੇ ਸਟੋਰ, ਖਾਣ ਪੀਣ ਸਾਰਾ ਉਹਦੇ ਐਡੇ ਵੱਡੇ ਸਟੋਰ, ਤੁਹਾਡਾ ਲੋਕਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਉਸ ਬੰਦੇ ਨੇ। ਇੰਨਾ ਤੁਹਾਡੀਆਂ ਜੜ੍ਹਾਂ ਦੇ ਵਿੱਚ ਆ ਫੋਨ ਫੜ ਕੇ ਨੈਟ ਚਲਾਉਂਦੇ ਹੋ, ਤੁਸੀਂ ਵੀ ਕਰਦੇ ਹੋ। ਇਹ ਫੋਨ, ਇਹ ਜੀਓ, ਇਹ ਨੈਟ, ਇਹ ਸਾਰੇ ਕੁਝ ਉਹਦੇ ਰਿਲਾਇੰਸ ਦੇ ਆ। ਕਿਹੜੀ ਕਿਹੜੀ ਚੀਜ਼ ਛੱਡੋਗੇ? ਦੂਜੀ ਚੀਜ਼ ਮੈਂ ਨੌਜਵਾਨਾਂ ਨੂੰ ਕਹਿਣਾ, ਬਾਈ ਜੀ ਵੀ ਫਿਲਮ ਇੰਡਸਟਰੀ ਤੋਂ ਨੇ, ਕਿ ਕਿਹੜੀ ਕਿਹੜੀ ਚੀਜ਼ ਛੱਡੋਗੇ? ਕੱਪੜੇ ਤੱਕ, ਕੱਪੜੇ ਤੱਕ ਅੰਬਾਨੀ ਦੇ ਨੇ। ਮੈਂ 5-7 ਪ੍ਰੋਜੈਕਟ ਤੁਹਾਨੂੰ ਦੱਸ ਦੇਣਾ, ਨੌਜਵਾਨ ਬੜੇ ਖੁਸ਼ੀ ਪਾਉਂਦੇ ਨੇ ਨਾ। ਪ੍ਰੋਜੈਕਟਿਵ, ਸੁਪਰ ਟਰਾਈ, ਅਰਮਾਨੀ, ਟੁੰਮੀ, ਸਟੀਵ ਮੈਡਨ, ਮਾਈਕਲ ਕੋਰਸ, ਡੀਜ਼ਲ, ਇਹ ਸਾਰਾ ਕੁਝ ਜਿਹੜਾ ਉਹਦੀ ਛੱਤਰ ਛਾਇਆ ਦੇ ਵਿੱਚ ਆਉਂਦਾ ਤੇ ਉਹ ਲੀੜੇ ਪਾ ਕੇ ਅਸੀਂ ਬੜੀ ਟਾਰ ਮਾਰਦੇ ਆ ਤੇ ਬੜੀਆਂ ਫੁਕਰੀਆਂ ਮਾਰਦੇ ਆ ਨਾ, ਉਹਦਾ ਕਿੱਥੇ ਕਿੱਥੇ ਬਾਈਕਾਟ ਕਰੋਗੇ? ਆ ਫੇਸਬੁੱਕ, ਜਿਹਦੇ ਉੱਤੇ ਮੰਨਾ ਵੀ ਬੜਾ ਸਰਗਰਮ ਰਹਿੰਦਾ, ਲੋਕਾਂ ਤੱਕ ਮੈਂ ਆਪਣੀ ਪਹੁੰਚ ਕਰਦਾ, ਇਸ ਫੇਸਬੁੱਕ ਦੇ ਵਿੱਚ ਹਿੱਸਾ ਰਿਲਾਇੰਸ ਦਾ, ਗੂਗਲ ਦੇ ਵਿੱਚ ਹਿੱਸਾ ਰਿਲਾਇੰਸ ਦਾ, ਇੰਸਟਾਗ੍ਰਾਮ ਦੇ ਉੱਤੇ ਹਿੱਸਾ ਰਿਲਾਇੰਸ ਦਾ। ਕਿਹੜੀ ਕਿਹੜੀ ਚੀਜ਼ ਛੱਡ ਸਕਦੇ ਹੋ? ਅੱਜ ਕਰੋ ਆਪਣੇ ਮਨ ਚ ਮੇਰੇ ਨਾਲ ਇੱਥੇ ਕਰੋ ਵਾਦਾ ਵੀ ਆ ਜਿਹੜੀਆਂ ਚੀਜ਼ਾਂ ਮੈਂ ਬੋਲੀਆਂ ਛੱਡੇ ਬਗੈਰ ਤੁਹਾਡਾ ਗੁਜ਼ਾਰਾ ਹੈਗਾ। ਤੁਸੀਂ ਨਸ਼ੇੜੀ ਹੋ ਚੁੱਕੇ ਉਹਦੇ ਨਾਲ। ਜਿੱਡਾ ਜਿੱਦੀ ਪ੍ਰਧਾਨ ਮੰਤਰੀ ਆ, ਉਹਨੇ GST ਲਾਇਆ, ਇੰਨੀਆਂ ਮੌਤਾਂ ਹੋ ਗਈਆਂ। ਉਹਨੇ ਨੋਟਬੰਦੀ ਕੀਤੀ, ਥਾਂ ਤੇ ਲੋਕ ਮਰ ਗਏ। ਕਿਸੇ ਨੇ ਵੇਖਿਆ? ਲਾਕਡਾਊਨ ਕੀਤਾ, ਅੱਜ ਕਹਿੰਦੇ ਖੋਲ ਦਿਓ। ਕਿਹੜੀ ਦਵਾਈ ਲੱਭ ਗਈ ਇਹਨਾਂ ਦੇ ਪਿਓ ਵਾਲੀ ਕਿ ਅੱਜ ਅਸੀਂ ਲੋਕ ਬੈਠੇ ਆ? ਮੈਂ ਉਹ ਬੰਦਾ ਜਿਹਨੇ 23 ਮਾਰਚ ਤੋਂ ਲੈ ਕੇ ਅੱਜ ਤੱਕ ਕਦੀ ਮੂੰਹ ਤੇ ਮਾਸਕ ਨਹੀਂ ਲਾਇਆ, ਵੀ ਜੀਣਾ ਮਰਨਾ ਪ੍ਰਮਾਤਮਾ ਦੇ ਹੱਥ 'ਚ, ਪਰਵਾਹ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਬੇਟਾ ਮਾਸਕ ਲਾ ਲਿਆ ਕਰੋ। ਮੈਂ ਕਿਹਾ ਮੈਂ ਨਹੀਂ ਲਾਉਂਦਾ ਜੀ, ਤੁਹਾਡਾ ਟਾਈਮ ਪਾਸ ਹੁੰਦਾ ਕਰੋਨਾ ਦੇ ਸਿਰ ਤੇ, ਮੈਂ ਟਾਈਮ ਨਹੀਂ ਪਾਸ ਕਰਨਾ ਚਾਹੁੰਦਾ। ਸਾਰੀਆਂ ਪਾਰਟੀਆਂ, ਸਾਰੇ ਪੰਜਾਬ 'ਚ ਬੋਲਣ ਵਾਲਿਆਂ ਨੂੰ ਵੀਰ ਨੇ ਸੱਦਾ ਦਿੱਤਾ ਇੱਕ ਮੰਚ ਤੇ ਆ ਜਾਓ। ਮੈਂ ਕਹਿੰਦਾ ਇਹ ਬੜਾ ਔਖਾ ਹੈ ਭਾਈ, ਹੋ ਨਹੀਂ ਸਕਦਾ। ਇੱਥੇ ਤੇ ਕਿਸਾਨ ਜਿਹੜਾ ਮਰ ਰਿਹਾ ਆਪਣੇ ਹੱਕਾਂ ਲਈ, ਜਿਹੜਾ ਲੜ ਰਿਹਾ ਆਪਣੇ ਹੱਕਾਂ ਲਈ, ਉਹਨੂੰ ਫਿਕਰ ਪੈ ਗਈ ਕਿ ਮੇਰੀ ਅੱਗੋਂ ਪੀੜ੍ਹੀ ਦਾ ਕੀ ਬਣਨਾ। ਉਹ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ ਤੇ ਲੀਡਰਾਂ ਦੀ ਨਸਲ ਤੋਂ ਕਿੱਥੋਂ ਇਕੱਠੀ ਕਰ ਲੇਗਾ? ਇਹ ਬੜੀ ਕੁੱਤੀ ਕੌਮ ਨੇ ਤੇ ਬੜੇ ਕੁੱਤੀ ਸ਼ੈ ਨੇ। ਜਿੰਨੀ ਕੁ ਮੈਂ ਸਮਝ ਰੱਖਦਾ ਕਿ ਉਹ ਜਿਹੜੇ ਲੋਕ ਨੇ, ਸਣੇ ਕੈਪਟਨ ਅਮਰਿੰਦਰ ਸਿੰਘ, ਸਣੇ ਪ੍ਰਕਾਸ਼ ਸਿੰਘ ਬਾਦਲ, ਸਣੇ ਮੋਦੀ ਸਾਹਿਬ, ਜਿੱਥੇ ਸਾਡੀ ਸੋਚ, ਸਾਡੀ ਤੁਹਾਡੀ ਖਤਮ ਹੋ ਜਾਂਦੀ ਹੈ, ਉੱਥੋਂ ਇਹਨਾਂ ਲੋਕਾਂ ਦੀ ਸੋਚ ਸ਼ੁਰੂ ਹੁੰਦੀ ਹੈ। ਤੁਸੀਂ ਮੇਰੇ ਕੋਲ ਸੁਣ ਲਓ, ਜੋ ਮੇਰਾ ਮਨ ਕਹਿੰਦਾ ਕਿ ਅਗਲਾ ਕੰਮ ਇਹਨਾਂ ਤੁਹਾਡਾ ਆਪਸੀ ਕਲੇਸ਼ ਕਰਾ ਦੇਣਾ। ਮਾਂ-ਬਾਪ ਨੂੰ ਸੰਤਾਨ ਨਾਲ ਲੜਾ ਦਿਓ, ਅਫਸਰ ਨੂੰ ਜਵਾਨ ਨਾਲ ਲੜਾ ਦਿਓ, ਭਾਰਤ ਨੂੰ ਪਾਕਿਸਤਾਨ ਨਾਲ ਲੜਾ ਦਿਓ ਤੇ ਕਬਰਸਤਾਨ ਨੂੰ ਸ਼ਮਸ਼ਾਨ ਨਾਲ ਲੜਾ ਦਿਓ। ਇਸ ਤੋਂ ਬਿਨਾਂ ਉਹਨੂੰ ਕੋਈ ਕੰਮ ਨਹੀਂ ਆਉਂਦਾ। ਸਾਰਾ ਕੁਝ ਤੁਹਾਨੂੰ ਪ੍ਰੋਗਰਾਮ, ਮੈਂ ਨਹੀਂ ਕਹਿੰਦਾ ਅਸੀਂ ਧਰਨੇ ਤੋਂ ਉੱਠਣਾ। ਮੇਰੇ ਵੱਲੋਂ ਰੋਡ ਵੀ ਜਾਮ ਕਰੋ, ਮੈਂ ਤੁਹਾਡੇ ਮੂਹਰੇ ਹੋ ਕੇ ਬਹਿਣਾ। ਮੇਰੇ ਵੱਲੋਂ ਰੇਲ ਗੱਡੀ ਦੇ ਅੱਗੇ ਬੈਠੋ, ਮੈਂ ਸਭ ਤੋਂ ਪਹਿਲਾਂ ਥੱਲੇ ਆਉਂਗਾ। ਮੈਂ ਆਪਦੇ ਬਾਪ ਦਾ ਨਹੀਂ ਜੇ ਆਪਣੀ ਗੱਲ ਤੋਂ ਭੱਜੂਗਾ। ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਇਕਜੁੱਟ ਜ਼ਰੂਰ ਕਰ ਦਿੱਤਾ ਹੈ। ਸੰਘਰਸ਼ ਦੌਰਾਨ ਹਰ ਕੋਈ ਕਿਸਾਨਾਂ ਦੇ ਹੱਕ 'ਚ ਡਟਿਆ ਹੋਇਆ ਹੈ। ਇੱਥੋਂ ਤੱਕ ਕਿ ਸ਼ੰਭੂ ਬੈਰੀਅਰ ਤੇ ਲਾਏ ਗਏ ਪੱਕੇ ਮੋਰਚੇ 'ਚ ਵੀ ਹਰ ਵਰਗ ਦੇ ਲੋਕ ਸ਼ਾਮਿਲ ਹੋ ਰਹੇ ਨੇ ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਇਸ ਮੌਕੇ ਤੇ ਪਹੁੰਚੇ ਮਨਦੀਪ ਮੰਨਾ ਵੱਲੋਂ ਮੋਦੀ ਸਣੇ ਕੈਪਟਨ ਤੇ ਅਕਾਲੀ ਦਲ ਤੇ ਰੱਜ ਕੇ ਰਗੜੇ ਲਾਏ ਗਏ। ਇੰਨਾ ਹੀ ਨਹੀਂ, ਭਾਸ਼ਣ ਦੌਰਾਨ ਮਨਦੀਪ ਮੰਨਾ ਵੱਲੋਂ ਰਿਲਾਇੰਸ ਜੀਓ ਦੇ ਕਾਰੋਬਾਰ ਬਾਰੇ ਵੀ ਪੋਲਾਂ ਖੋਲ੍ਹੀਆਂ ਗਈਆਂ। ਮੰਨਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਅਜਿਹਾ ਭਾਸ਼ਣ ਦਿੱਤਾ ਗਿਆ ਜਿਸ ਨੂੰ ਸੁਣ ਕੇ ਹਰ ਵਿਅਕਤੀ ਆਪਣੇ ਹੱਕਾਂ ਲਈ ਆਵਾਜ਼ ਜ਼ਰੂਰ ਚੁੱਕੇਗਾ। ਅੱਜ 1.5 ਮਹੀਨੇ ਤੋਂ ਧਰਨੇ ਦੇ ਰਹੇ ਆ। ਭਾਈ ਸਾਹਿਬ ਵੀ ਬੋਲ ਕੇ ਗਏ, ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਕਿ ਧਰਨੇ ਕਿਹਦੇ ਖਿਲਾਫ ਦਿੰਨੇ ਅਸੀਂ? ਅਡਾਨੀ, ਅੰਬਾਨੀ, ਰਿਲਾਇੰਸ ਬਾਰੇ ਮੈਂ ਥੋੜੀ ਜੀ ਜਾਣਕਾਰੀ ਜਿੰਨੀ ਕਿ ਮੈਨੂੰ ਹੈ, ਜਿੰਨਾ ਕਿ ਮੈਂ ਪੜ੍ਹਦਾ, ਮੈਂ ਤੁਹਾਡੇ ਲੋਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੰਬਾਨੀ ਉਹ ਬੰਦਾ ਹੈ। ਆ ਗੂਗਲ ਦੇ ਉੱਤੇ ਸਰਚ ਮਾਰੋ ਨੌਜਵਾਨੋ, ਇਹਦੇ ਉੱਤੇ ਸਰਚ ਮਾਰ ਕੇ ਵੇਖੋ, ਦੁਨੀਆ ਦੇ, ਪੂਰੀ ਦੁਨੀਆ ਦੇ 7ਵੇਂ ਨੰਬਰ ਦਾ ਅਮੀਰ ਆਦਮੀ ਹੈ। ਔਰ ਉਹਦੀ ਜਿਹੜੀ ਉਹਦੇ ਕੋਲ ਦੌਲਤ ਹੈ,
ਜਿਹੜਾ ਉਹਦਾ ਕਾਰੋਬਾਰ ਘੁੰਮਦਾ ਉਹਦੀ ਅਮਾਉਂਟ ਜਿਹੜੀ ਸੁਣ ਕੇ ਉਹਦੀ ਰਕਮ ਸੁਣ ਕੇ ਵੀ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। 6 ਕਰੋੜ 53 ਲੱਖ 237 ਕਰੋੜ ਰੁਪਏ ਦਾ ਕਾਰੋਬਾਰ ਹੈ ਰਿਲਾਇੰਸ ਦਾ। ਔਰ ਅਸੀਂ ਉਸ ਬੰਦੇ ਦਾ ਬਾਈਕਾਟ ਕਰ ਰਹੇ ਹਾਂ ਨਾ, ਅਸੀਂ ਬਾਈਕਾਟ ਦਾ ਕਰ ਹੀ ਨਹੀਂ ਸਕਦੇ। ਅਸੀਂ ਐਡਿਕਟ ਹੋ ਚੁੱਕੇ ਆ, ਅਸੀਂ ਨਸ਼ੇੜੀ ਹੋ ਚੁੱਕੇ ਆ ਰਿਲਾਇੰਸ ਦੇ। ਅਸੀਂ ਉਹਨੂੰ ਆਪਣੇ ਖੂਨ ਦੇ ਵਿੱਚੋਂ ਕੱਢ ਹੀ ਨਹੀਂ ਸਕਦੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਕੱਲਾ ਪੰਪ ਤੋਂ ਤੇਲ ਨਹੀਂ ਆਉਂਦਾ ਇਹਦਾ ਅੰਬਾਨੀ ਦਾ, ਸਾਡੇ ਘਰਾਂ ਵਾਲੀ ਗੈਸ ਅੰਬਾਨੀ ਦੀ, ਪੈਟਰੋਲ ਪੰਪ ਇਹਦੇ। ਅਸੀਂ ਰਿਲਾਇੰਸ ਵਾਲੇ ਪੰਪ ਘੇਰੇ ਸੀ ਨਾ ਤੁਸੀਂ ਸਾਰਿਆਂ ਨੇ ਰਲ ਕੇ, ਤੇ ਬਾਕੀ ਜਿਹੜੇ ਪੰਪ ਆ ਉੱਥੇ ਰਿਫਾਈਨਰੀ ਚੋਂ ਤੇਲ ਵੀ ਉਹਦਾ ਹੀ ਆਉਂਦਾ। ਕਿਹੜੀ ਕਿਹੜੀ ਚੀਜ਼ ਬੰਦ ਕਰੋਗੇ ਜੇ ਉਹ ਵੀ ਕਰ ਦਿਓ। ਮੇਰੇ ਕੋਲ ਵੀ ਸਾਧਨ ਨਹੀਂ ਸੀ ਬਚਣਾ ਗੱਡੀ ਆਉਣ ਨੂੰ, ਮੈਂ ਪੈਦਲ, ਤੇ ਫਿਰ ਮੈਨੂੰ 15 ਦਿਨ ਲੱਗ ਜਿਹੜੇ ਸੀ ਇੱਥੇ ਆਉਂਦਿਆਂ। ਅੱਗੇ ਆ ਜਾਓ, ਰਿਲਾਇੰਸ ਦੇ ਸਟੋਰ, ਖਾਣ ਪੀਣ ਸਾਰਾ ਉਹਦੇ ਐਡੇ ਵੱਡੇ ਸਟੋਰ, ਤੁਹਾਡਾ ਲੋਕਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਉਸ ਬੰਦੇ ਨੇ। ਇੰਨਾ ਤੁਹਾਡੀਆਂ ਜੜ੍ਹਾਂ ਦੇ ਵਿੱਚ ਆ ਫੋਨ ਫੜ ਕੇ ਨੈਟ ਚਲਾਉਂਦੇ ਹੋ, ਤੁਸੀਂ ਵੀ ਕਰਦੇ ਹੋ। ਇਹ ਫੋਨ, ਇਹ ਜੀਓ, ਇਹ ਨੈਟ, ਇਹ ਸਾਰੇ ਕੁਝ ਉਹਦੇ ਰਿਲਾਇੰਸ ਦੇ ਆ। ਕਿਹੜੀ ਕਿਹੜੀ ਚੀਜ਼ ਛੱਡੋਗੇ? ਦੂਜੀ ਚੀਜ਼ ਮੈਂ ਨੌਜਵਾਨਾਂ ਨੂੰ ਕਹਿਣਾ, ਬਾਈ ਜੀ ਵੀ ਫਿਲਮ ਇੰਡਸਟਰੀ ਤੋਂ ਨੇ, ਕਿ ਕਿਹੜੀ ਕਿਹੜੀ ਚੀਜ਼ ਛੱਡੋਗੇ? ਕੱਪੜੇ ਤੱਕ ਅੰਬਾਨੀ ਦੇ ਨੇ। ਆ ਮੈਂ 5-7 ਪ੍ਰੋਜੈਕਟ ਤੁਹਾਨੂੰ ਦੱਸ ਦੇਣਾ, ਨੌਜਵਾਨ ਬੜੇ ਖੁਸ਼ੀ ਪਾਉਂਦੇ ਨੇ ਨਾ। ਪ੍ਰੋਜੈਕਟਿਵ, ਸੁਪਰ ਟਰਾਈ, ਅਰਮਾਨੀ, ਟੁੰਮੀ, ਸਟੀਵ ਮੈਡਨ, ਮਾਈਕਲ ਕੋਰਸ, ਡੀਜ਼ਲ, ਇਹ ਸਾਰਾ ਕੁਝ ਜਿਹੜਾ ਉਹਦੀ ਛੱਤਰ ਛਾਇਆ ਦੇ ਵਿੱਚ ਆਉਂਦਾ, ਤੇ ਉਹ ਲੀੜੇ ਪਾ ਕੇ ਅਸੀਂ ਬੜੀ ਟੌਰ ਮਾਰਦੇ ਆ ਤੇ ਬੜੀਆਂ ਫੁਕਰੀਆਂ ਮਾਰਦੇ ਆ ਨਾ, ਉਹਦਾ ਕਿੱਥੇ ਬਾਈਕਾਟ ਕਰੋਗੇ? ਆ ਫੇਸਬੁੱਕ, ਜਿਹਦੇ ਉੱਤੇ ਮੰਨਾ ਵੀ ਬੜਾ ਸਰਗਰਮ ਰਹਿੰਦਾ, ਲੋਕਾਂ ਤੱਕ ਮੈਂ ਆਪਣੀ ਪਹੁੰਚ ਕਰਦਾ। ਇਸ ਫੇਸਬੁੱਕ ਦੇ ਵਿੱਚ ਹਿੱਸਾ ਰਿਲਾਇੰਸ ਦਾ, ਗੂਗਲ ਦੇ ਵਿੱਚ ਹਿੱਸਾ ਰਿਲਾਇੰਸ ਦਾ, ਇੰਸਟਾਗ੍ਰਾਮ ਦੇ ਉੱਤੇ ਹਿੱਸਾ ਰਿਲਾਇੰਸ ਦਾ। ਕਿਹੜੀ ਕਿਹੜੀ ਚੀਜ਼ ਛੱਡ ਸਕਦੇ ਹੋ? ਅੱਜ ਕਰੋ ਆਪਣੇ ਮਨ ਚ, ਮੇਰੇ ਨਾਲ ਇੱਥੇ ਕਰੋ ਵਾਦਾ ਵੀ ਆ ਜਿਹੜੀਆਂ ਚੀਜ਼ਾਂ ਮੈਂ ਬੋਲੀਆਂ ਛੱਡੇ ਬਗੈਰ ਤੁਹਾਡਾ ਗੁਜ਼ਾਰਾ ਹੈਗਾ। ਤੁਸੀਂ ਨਸ਼ੇੜੀ ਹੋ ਚੁੱਕੇ ਹੋ, ਉਹਦੇ ਨਾਲ ਐਡਿਕਟ ਹੋ ਚੁੱਕੇ ਹੋ, ਕਿਉਂਕਿ 20-25 ਸਾਲ ਤੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਕਾਰੋਬਾਰੀ ਸਾਡੇ ਤੇ ਹਾਵੀ ਹੁੰਦੇ ਰਹੇ, ਸਾਡਾ ਕਿਸਾਨ ਵੀ ਮਰਦਾ ਰਿਹਾ, ਸਾਡੇ ਨੌਜਵਾਨ ਵੀ ਮਰਦੇ ਰਹੇ, ਸਾਡੇ ਰੁਜ਼ਗਾਰ ਕਰਨ ਵਾਲੇ ਵੀ ਮਰਦੇ ਰਹੇ। ਔਰ ਇਹ ਕੱਲਾ ਕਿਤੇ ਮੋਦੀ ਕਰ ਰਿਹਾ। 2004 ਤੋਂ 2014 ਤੱਕ ਕਾਂਗਰਸ ਦੀ ਸਰਕਾਰ ਰਹੀ, ਇੱਥੇ ਰਾਹੁਲ ਗਾਂਧੀ ਵੀ ਆਉਂਦਾ ਰਿਹਾ ਨਾ ਟਰੈਕਟਰ ਰੈਲੀਆਂ ਕਰਨਾ, 2-3 ਦਿਨ ਉਹਨੇ ਰੈਲੀਆਂ ਕੀਤੀਆਂ। 2004 ਤੋਂ 14 ਤੱਕ ਉਦੋਂ ਕਿਸੇ ਨੇ ਫੜ ਕੇ ਅੰਬਾਨੀ ਨੂੰ ਅੰਦਰ ਦੇ ਦਿੱਤਾ ਸੀਗਾ, ਉਦੋਂ ਵੀ ਉਹ ਇੰਨਾ ਹੀ ਵਾਧਾ ਫੁੱਲਦਾ ਰਿਹਾ, ਤੇ ਅੱਜ ਉਹ ਇੱਥੇ ਪਹੁੰਚ ਗਿਆ। ਇਹ ਧਰਨੇ, ਇਹਦੀ ਰਣਨੀਤੀ ਮੈਂ ਦੀਪ ਭਾਈ ਨੂੰ ਵੀ ਕਹੂੰਗਾ, ਹੋ ਸਕਦਾ ਮੈਨੂੰ ਇਹਦੀ ਸਮਝ ਨਹੀਂ ਹੈਗੀ, ਇਹ ਤੁਹਾਨੂੰ ਲੀਕਣੀ ਪੈਣੀ ਹੈ। ਇੱਥੇ 2 ਮਹੀਨੇ ਬੈਠੇ ਰਹੋ, ਇੱਥੇ 5 ਮਹੀਨੇ ਬੈਠੇ ਰਹੋ। ਰਿਲਾਇੰਸ, ਉਹਦਾ ਸਾਰਾ ਕਾਰੋਬਾਰ ਪੰਜਾਬ ਦੇ ਵਿੱਚ ਬੰਦ ਕਰ ਦਿਓ, ਜਾਓ ਸਾਰੇ ਪੰਪ ਉਹਦੇ ਬੰਦ ਕਰ ਦਿਓ, ਸਾਰੇ ਉਹਦੇ ਸਟੋਰ ਬੰਦ ਕਰ ਦਿਓ। ਉਸ ਬੰਦੇ ਦੀ ਐਡੀ ਟਰਨਓਵਰ ਹੈ, ਉਹਨੇ ਕਹਿਣਾ ਜਾਓ ਯਾਰ ਮੈਂ ਸਾਊਥ ਅਫਰੀਕਾ ਲੈ ਜਾਣਾ, ਮੈਂ ਕਿਸੇ ਹੋਰ ਸਟੇਟ ਦੇ ਵਿੱਚ ਲੈ ਜਾਣਾ। ਤੁਸੀਂ ਇਹ ਵੇਖੋ ਦਿੱਲੀ ਸਰਕਾਰ ਨੂੰ ਸੇਕ ਕਿੱਦਾਂ ਲੱਗਣਾ। ਕੱਲੇ ਅਡਾਨੀ ਬਾਨੀ ਚ ਪੰਜਾਬ ਚ ਬੰਦ ਹੋਇਆ ਨਹੀਂ, ਜਾਂ ਜਿਵੇਂ ਬਾਈ ਨੇ ਪਹਿਲੇ ਦਿਨ ਕਿਹਾ ਸੀਗਾ ਕਿ ਬਾਹਰਲੀਆਂ ਸਟੇਟਾਂ ਵਾਲੇ ਨਾਲ ਮਿਲਾਓ, ਜੇ ਬਾਕੀ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਬਾਈਕਾਟ ਹੋਊਗਾ ਤੇ ਫੇਰ ਕਿਤੇ ਇਹ ਹਾਲਾਤ ਤੁਹਾਡੇ ਨਾਲ ਗੱਲਬਾਤ ਤੇ ਸੁਧਰ ਸਕਦੇ ਆ, ਫਿਰ ਕਿਸੇ ਦੇ ਬਿੱਲ ਦੇ ਵਿੱਚ ਦਰੁਸਤੀ ਹੋ ਸਕਦੀ ਹੈ। ਨਹੀਂ ਤੇ ਉਹ ਜਿੱਡਾ ਜਿੱਦੀ ਪ੍ਰਧਾਨ ਮੰਤਰੀ ਆ, ਉਹਨੇ GST ਲਾਇਆ, ਇੰਨੀਆਂ ਮੌਤਾਂ ਹੋ ਗਈਆਂ, ਉਹਨੇ ਨੋਟਬੰਦੀ ਕੀਤੀ, ਥਾਂ ਤੇ ਲੋਕ ਮਰ ਗਏ, ਕਿਸੇ ਨੇ ਵੇਖਿਆ? ਲਾਕਡਾਊਨ ਕੀਤਾ, ਅੱਜ ਕਹਿੰਦੇ ਖੋਲ ਦਿਓ। ਕਿਹੜੀ ਦਵਾਈ ਲੱਭ ਗਈ ਇਹਨਾਂ ਦੇ ਪਿਓ ਵਾਲੀ ਕਿ ਅੱਜ ਅਸੀਂ ਲੋਕ ਬੈਠੇ ਆ? ਮੈਂ ਉਹ ਬੰਦਾ ਜਿਹਨੇ 23 ਮਾਰਚ ਤੋਂ ਲੈ ਕੇ ਅੱਜ ਤੱਕ ਕਦੀ ਮੂੰਹ ਤੇ ਮਾਸਕ ਨਹੀਂ ਲਾਇਆ, ਵੀ ਜੀਣਾ ਮਰਨਾ ਪ੍ਰਮਾਤਮਾ ਦੇ ਹੱਥ 'ਚ ਹੈ, ਪਰਵਾਹ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਬੇਟਾ ਮਾਸਕ ਲਾ ਲਿਆ ਕਰੋ, ਮੈਂ ਕਿਹਾ ਮੈਂ ਨਹੀਂ ਲਾਉਂਦਾ ਜੀ, ਤੁਹਾਡਾ ਟਾਈਮ ਪਾਸ ਹੁੰਦਾ ਕਰੋਨਾ ਦੇ ਸਿਰ ਤੇ, ਮੈਂ ਟਾਈਮ ਨਹੀਂ ਪਾਸ ਕਰਨਾ ਚਾਹੁੰਦਾ, ਮੈਂ ਇਹਨਾਂ ਲੋਕਾਂ ਦੀ ਲੜਨਾ ਚਾਹੁੰਦਾ ਵਾ। ਆਹ ਹਾਲਾਤ ਬਣੇ ਪਏ ਨੇ, ਆਹ ਸਾਰਾ ਕੁਝ ਕੀਤਾ, ਕਿਹੜੇ ਫੈਸਲੇ ਤੋਂ ਪਲਟਿਆ? ਅੱਜ ਪੰਜਾਬੀਆਂ ਨੇ ਕਮਾਂਡ ਹੱਥ 'ਚ ਫੜੀ ਆ। ਸਾਡੀ ਬੜੀ ਵੱਡੀ ਜਿੱਤ ਹੋਊਗੀ ਜੇ ਕਿਤੇ ਇਸ ਬਿੱਲ ਦੇ ਉੱਤੋਂ ਉਹਨੇ ਪਲਟੀ ਮਾਰੀ, ਪਰ ਮੈਨੂੰ ਕਿਤੇ ਦੂਰ ਤੱਕ ਨਜ਼ਰ ਨਹੀਂ ਆਉਂਦਾ। ਧਰਨੇ ਅਸੀਂ ਦੇ ਰਹੇ ਆ, ਥਾਵਾਂ ਦੇ ਉੱਤੇ ਬੈਠੇ ਆ, ਪਰ ਅਸਲੀਅਤ ਜੋ ਕੱਲਾ ਕਿਤੇ ਗੱਲ ਕਰੂਗਾ ਤੇ ਮੇਰੇ ਖਿਆਲ ਉਹਦਾ ਵੀ ਵਿਰੋਧ ਸ਼ੁਰੂ ਹੋ ਜਾਂਦਾ ਵੀ ਇਹ ਕਿਹੜੇ ਪਾਸੇ ਲੈ ਗਿਆ ਗੱਲ। ਪਰ ਅਸਲੀਅਤ ਕੀ ਹੈ ਕਿ ਹਮਕੋ ਮਾਲੂਮ ਹੈ ਜन्नत की हकीकत, लेकिन दिल को खुश रखने को ये ख्याल अच्छा है। ਅਸੀਂ ਧਰਨੇ ਦੇ ਰਹੇ ਆ, ਉੱਥੇ ਕੋਈ ਫਰਕ ਪੈ ਰਿਹਾ? ਆ ਟੋਲ ਦੇ ਉੱਤੋਂ ਲੰਘਦੇ ਆ, ਕੋਈ ਪਰਚੀ ਨਹੀਂ ਲੱਗਦੀ ਪੰਜਾਬ ਦੇ ਵਿੱਚ। ਮੈਂ ਵੀ ਬੜਾ ਖੁਸ਼ ਸੀਗਾ ਕਿ 200-300 ਮੇਰਾ ਆਉਂਦਿਆ ਬਚਿਆ, 200-300 ਮੇਰਾ ਜਾਂਦਿਆ ਬਚਣਾ। ਇਹਨਾਂ ਟੋਲ ਟੈਕਸ ਵਾਲਿਆਂ ਨੂੰ ਫਰਕ ਪੈਣਾ? ਤੁਸੀਂ ਕੀ ਸਮਝਦੇ ਹੋ ਇਹਨਾਂ ਨੂੰ ਫਰਕ ਪੈਣਾ? ਇਹਨਾਂ ਦਾ ਜਿੰਨੀ ਦੇਰ ਦਾ ਟੈਂਡਰ ਹੈ
ਉਹਨਾਂ ਆਪਣੇ ਬੰਦੇ ਉੱਥੋਂ ਚੁੱਕ ਲਏ ਔਰ ਜਿੰਨੀ ਦੇਰ ਦਾ ਟੈਂਡਰ ਹੈ ਉਹਨਾਂ ਦਾ ਉਹਨਾਂ ਟਾਈਮ ਉਹਨਾਂ ਨੂੰ ਉਹਨਾਂ ਦੇ ਟਾਈਮ ਤੋਂ ਵੱਧ ਮਿਲਣਾ ਉਹਨਾਂ ਨੇ ਆਪਣੇ ਪੈਸੇ ਸਾਰੇ ਪੂਰੇ ਕਰਨੇ ਆ। ਮਤ ਸੋਚੋ ਇਹਨਾਂ ਫਰਮਾਂ ਨੂੰ ਕੋਈ ਫਰਕ ਪੈਣਾ, ਤੁਹਾਨੂੰ ਕੋਈ ਨਵੀਂ ਸਾਰਿਆਂ ਨੂੰ ਮਿਲ ਬਹਿ ਕੇ ਰਣਨੀਤੀ ਲਿਖਣੀ ਪੈਣੀ ਹੈ। ਮਨਦੀਪ ਮੰਨਾ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਖੂਬ ਲਾਂਤਾਂ ਵੀ ਪਾਈਆਂ ਗਈਆਂ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਤਾਂ ਬਦਲ ਸਕਦੇ ਨੇ ਜੇਕਰ ਸਿਆਸਤਦਾਨਾਂ ਨੂੰ ਬਦਲਿਆ ਜਾਵੇ। ਇਸ ਮੌਕੇ ਤੇ ਮਨਦੀਪ ਮੰਨਾ ਵੱਲੋਂ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਵੀ ਅਪੀਲ ਕੀਤੀ ਗਈ। ਸਾਰੀਆਂ ਪਾਰਟੀਆਂ ਨੂੰ, ਸਾਰੇ ਪੰਜਾਬ 'ਚ ਬੋਲਣ ਵਾਲਿਆਂ ਨੂੰ ਵੀਰ ਨੇ ਸੱਦਾ ਦਿੱਤਾ ਇੱਕ ਮੰਚ ਤੇ ਆ ਜਾਓ। ਮੈਂ ਕਹਿੰਦਾ ਇਹ ਬੜਾ ਔਖਾ ਹੈ ਭਾਈ, ਹੋ ਨਹੀਂ ਸਕਦਾ। ਇੱਥੇ ਤੇ ਕਿਸਾਨ ਜਿਹੜਾ ਮਰ ਰਿਹਾ ਆਪਣੇ ਹੱਕਾਂ ਲਈ, ਜਿਹੜਾ ਲੜ ਰਿਹਾ ਆਪਣੇ ਹੱਕਾਂ ਲਈ, ਉਹਨੂੰ ਫਿਕਰ ਪੈ ਗਈ ਕਿ ਮੇਰੀ ਅੱਗੋਂ ਪੀੜ੍ਹੀ ਦਾ ਕੀ ਬਣਨਾ। ਉਹ ਇੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ ਤੇ ਲੀਡਰਾਂ ਦੀ ਨਸਲ ਤੋਂ ਕਿੱਥੋਂ ਇਕੱਠੀ ਕਰ ਲੇਗਾ। ਇਹ ਬੜੀ ਕੁੱਤੀ ਕੌਮ ਨੇ ਤੇ ਬੜੇ ਕੁੱਤੀ ਸ਼ੈ ਨੇ, ਇਹ ਬੜੇ ਔਖੇ ਨੇ ਇਕੱਠੇ ਕਰਨੇ। ਇੱਥੇ ਜਿਹਨੂੰ ਸੁਲਾ ਮਾਰੇਗਾ ਉਹ ਮੇਰੇ ਵਰਗਾ ਮੁੱਖ ਮੰਤਰੀ ਬਣਨਾ ਚਾਹੁੰਦਾ ਵੀ ਮੈਨੂੰ ਬਣਾ ਦਿਓ ਪੰਜਾਬ ਦਾ, ਤੇ ਫਿਰ ਮੈਂ ਤੇਰੇ ਨਾਲ ਮੰਚ ਤੇ ਆਉਂਦਾ, ਨਹੀਂ ਤੇ ਨਹੀਂ ਆਉਂਦਾ। ਮੈਂ ਇੱਕ ਸਲਾਹ ਦਊਂਗਾ ਵੀਰ ਤੈਨੂੰ ਕਿ ਤੂੰ ਸਾਰਾ ਕੁਝ ਛੱਡ ਕੇ, ਆਪਣਾ ਐਸ਼ੋ ਆਰਾਮ ਛੱਡ ਕੇ ਤੂੰ ਪੰਜਾਬ ਲਈ ਆਇਆ, ਨੇਕ ਨੀਤੀ ਨਾਲ ਲੜੋ, ਆਪਣਾ ਫਰਜ਼ ਅਦਾ ਕਰਦੇ ਚਲੋ। ਕੋਈ ਤੁਹਾਡੇ ਨਾਲ ਮਿਲਦਾ ਨਹੀਂ ਮਿਲਦਾ। 7 ਸਾਲਾਂ ਤੋਂ ਮੈਂ ਕੱਲਾ ਲੜਾਈ ਲੜਦਾ, 7 ਸਾਲਾਂ ਤੋਂ, ਪਰ ਕੋਈ ਗਿਲਾ ਨਹੀਂ। ਮੈਨੂੰ ਕਿਸੇ ਦੀ ਲੋੜ ਪਵੇ ਲੋਕਾਂ ਦੀ, ਮੈਂ ਕੈਪਟਨ ਨੂੰ ਵੀ ਫੋਨ ਕਰਦਾ, ਮੈਂ ਸੁਖਬੀਰ ਬਾਦਲ ਨੂੰ ਵੀ ਲਾ ਦਿੰਦਾ ਫੋਨ, ਨਹੀਂ ਮੰਨਦੇ ਤੇ ਡੰਡ ਵੀ ਰੱਜ ਕੇ ਲਾਉਣਾ। ਸੋ ਆਪਣੀ ਪੈਰਵਾਈ ਕਰੋ ਇਹਨਾਂ ਧਰਨਿਆਂ ਦੇ ਨਾਲ। ਸਾਡਾ ਵਿਰੋਧ ਜ਼ਰੂਰ ਸਾਡਾ ਪੈਦਾ ਹੋ ਰਿਹਾ ਸਾਡੇ ਮਨ ਦੇ ਵਿੱਚ, ਪਰ ਰਣਨੀਤੀ ਲਿਖੋ ਅੱਗੋਂ ਤੁਹਾਡਾ ਕੀ ਹੋਣਾ। ਜਿੰਨੀ ਕੁ ਮੈਂ ਸਮਝ ਰੱਖਦਾ ਕਿ ਉਹ ਜਿਹੜੇ ਲੋਕ ਨੇ, ਸਣੇ ਕੈਪਟਨ ਅਮਰਿੰਦਰ ਸਿੰਘ, ਸਣੇ ਪ੍ਰਕਾਸ਼ ਸਿੰਘ ਬਾਦਲ, ਸਣੇ ਮੋਦੀ ਸਾਹਿਬ, ਜਿੱਥੇ ਸਾਡੀ ਸੋਚ ਸਾਡੀ ਤੁਹਾਡੀ ਖਤਮ ਹੋ ਜਾਂਦੀ ਹੈ, ਉੱਥੋਂ ਇਹਨਾਂ ਲੋਕਾਂ ਦੀ ਸੋਚ ਸ਼ੁਰੂ ਹੁੰਦੀ ਹੈ। ਜਿੱਥੇ ਅਸੀਂ ਸੋਚਣਾ ਬੰਦ ਕਰ ਦਿੰਦੇ ਆ, ਉੱਥੋਂ ਇਹ ਸੋਚਦੇ ਨੇ। ਇਹਨਾਂ ਦੀ ਰਣਨੀਤੀ ਤੁਸੀਂ ਮੇਰੇ ਕੋਲ ਸੁਣ ਲਓ। ਜੋ ਮੇਰਾ ਮਨ ਕਹਿੰਦਾ ਕਿ ਅਗਲਾ ਕੰਮ ਇਹਨਾਂ ਤੁਹਾਡਾ ਆਪਸੀ ਕਲੇਸ਼ ਕਰਾ ਦੇਣਾ ਕਿ ਕਿਸਾਨ ਧਰਨੇ ਤੇ ਆ, ਬੱਤੀ ਦਾ ਬਹਾਨਾ ਬਣਾਓ, ਕੋਲਾ ਨਹੀਂ ਆਉਂਦਾ, ਇੰਡਸਟਰੀਅਲਿਸਟ ਕਿਸਾਨਾਂ ਨੂੰ ਗਾਲਾਂ ਕੱਢਣਗੇ, ਵਪਾਰੀ ਕਿਸਾਨਾਂ ਨੂੰ ਗਾਲਾਂ ਕੱਢਣਗੇ। ਆਪਸ ਦੇ ਵਿੱਚ ਇਹ ਕਲੇਸ਼ ਜਿਹੜਾ ਇਹਨਾਂ ਕਰਾਉਣਾ, ਜਿਹੜਾ ਆਪਸ ਦੇ ਵਿੱਚ ਇਹ ਸਾਰਾ ਇਹਨਾਂ ਮੰਜ਼ਰ ਰਚਣਾ, ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਸਿਰਫ ਇੱਕ ਨਕਾਤੀ ਪ੍ਰੋਗਰਾਮ ਤੇ ਚੱਲ ਰਹੀ ਹੈ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾ ਦਿਓ, ਮਾਂ-ਬਾਪ ਨੂੰ ਸੰਤਾਨ ਨਾਲ ਲੜਾ ਦਿਓ, ਅਫਸਰ ਨੂੰ ਜਵਾਨ ਨਾਲ ਲੜਾ ਦਿਓ, ਭਾਰਤ ਨੂੰ ਪਾਕਿਸਤਾਨ ਨਾਲ ਲੜਾ ਦਿਓ ਤੇ ਕਬਰਸਤਾਨ ਨੂੰ ਸ਼ਮਸ਼ਾਨ ਨਾਲ ਲੜਾ ਦਿਓ। ਇਸ ਤੋਂ ਬਿਨਾਂ ਉਹਨੂੰ ਕੋਈ ਕੰਮ ਨਹੀਂ ਆਉਂਦਾ। ਨਾ ਦੇਸ਼ 'ਚ ਡਿਵੈਲਪਮੈਂਟ ਹੈ ਸਵਾਏ ਲੜਾਈਆਂ ਤੋਂ, ਚਾਹੇ ਪੁਲਵਾਮਾ ਹਮਲਾ ਹੋ ਗਿਆ, ਚਾਹੇ ਕੁਝ ਵੀ ਹੋ ਗਿਆ, ਆਹ ਸਾਰਾ ਕੁਝ ਹੋ ਰਿਹਾ। ਔਰ ਇਹਦੇ ਨਾਲ ਤੁਸੀਂ ਨੌਜਵਾਨ ਹੋ, ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਕਿ ਇਹ ਵਿਚਾਰ ਜ਼ਰੂਰ ਕਰੋ ਕਿ ਸਾਰਾ ਕੁਝ ਤੁਹਾਨੂੰ ਪ੍ਰੋਗਰਾਮ, ਮੈਂ ਨਹੀਂ ਕਹਿੰਦਾ ਅਸੀਂ ਧਰਨੇ ਤੋਂ ਉੱਠਣਾ, ਮੇਰੇ ਵੱਲੋਂ ਰੋਡ ਵੀ ਜਾਮ ਕਰੋ, ਮੈਂ ਤੁਹਾਡੇ ਮੂਹਰੇ ਹੋ ਕੇ ਬਹਿਣਾ, ਮੇਰੇ ਵੱਲੋਂ ਰੇਲ ਗੱਡੀ ਦੇ ਅੱਗੇ ਬੈਠੋ, ਮੈਂ ਸਭ ਤੋਂ ਪਹਿਲਾਂ ਥੱਲੇ ਆਉਂਗਾ, ਮੈਂ ਆਪਦੇ ਬਾਪ ਦਾ ਨਹੀਂ ਜੇ ਆਪਣੀ ਗੱਲ ਤੋਂ ਭੱਜੂਗਾ ਤੇ। ਪਰ ਇਹਦੇ ਨਾਲ ਬਾਕੀ ਪੰਜਾਬ ਦਾ ਫਿਕਰ ਕਰਨਾ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਇਹਨਾਂ ਸਾਡੇ ਵਿੱਚ ਹੀ ਵਿਰੋਧ ਪੈਦਾ ਕਰ ਦੇਣਾ। ਉਹਨਾਂ ਨੂੰ ਮੋਦੀ, ਅਡਾਨੀ, ਅੰਬਾਨੀ ਕੋਈ ਫਰਕ ਨਹੀਂ ਪੈ ਰਿਹਾ। ਜਿੰਨੇ ਅਦਾਰੇ ਬੰਦ ਹੋ ਗਏ, ਕਈ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਖੁੱਸ ਗਿਆ, ਕਈ ਬੇਕਾਰ ਹੋ ਗਏ। ਲਾਕਡਾਊਨ ਚੱਲਿਆ ਪਹਿਲਾਂ 6 ਮਹੀਨੇ, ਉਦੋਂ ਤੋਂ ਲੋਕ ਅਜੇ ਤੱਕ ਉੱਠੇ ਨਹੀਂ। ਤੁਸੀਂ ਬੁੱਧੀਜੀਵੀਆਂ ਨੂੰ ਨਾਲ ਲਓ, ਰਣਨੀਤੀਕਾਰਾਂ ਨੂੰ ਨਾਲ ਲਓ। ਕਿਸਾਨਾਂ ਦੇ ਵਿੱਚ ਬੜਾ ਜੋਸ਼ ਹੈ, ਪਰ ਇਹਦੇ ਉੱਤੇ ਇੱਕ ਦਿਮਾਗ ਚੱਲਣਾ ਚਾਹੀਦਾ। ਔਰ ਇਹਦਾ ਹੱਲ ਕੀ ਹੈ? ਮਤ ਸੋਚੋ। ਅਡਾਨੀ, ਅੰਬਾਨੀ ਇਹਨਾਂ ਨੂੰ ਬਦਲ ਕੇ ਸਾਡਾ ਦੇਸ਼ ਬਦਲ ਸਕਦਾ। ਜਿਹੜੀ ਗੱਲ ਤੁਸੀਂ ਕਰਦੇ ਸੀ ਮੈਂ ਉਹਦੀ ਪੈਰਵਾਈ ਕਰਦਾ, ਮੈਂ ਉਹਦੀ ਪੁਸ਼ਟੀ ਕਰਦਾ ਕਿ ਅਡਾਨੀ ਅੰਬਾਨੀ ਨਾਲ ਦੇਸ਼ ਨਹੀਂ ਬਦਲਣਾ। ਅਡਾਨੀ ਅੰਬਾਨੀਆਂ ਦੇ ਹੋਰ ਆ ਕੇ ਆ ਜਾਣਗੇ। ਜੇ ਕਾਂਗਰਸ ਸੀਗੇ ਤੇ ਉਹ ਵੀ ਉਹਨਾਂ ਦਾ ਉਨੀ ਪਿੱਠ ਪੂਰਦੀ ਸੀਗੀ। ਜੇ ਅਕਾਲੀ ਆ ਗਏ, ਬੀਜੇਪੀ ਆ ਗਈ, ਉਹ ਵੀ ਉਹਨਾਂ ਦੀ ਉਨੀ ਪਿੱਠ ਪੂਰਦੀ ਆ। ਹਾਲਾਤ ਤਾਂ ਬਦਲਣੇ ਨੇ, ਦੇਸ਼ ਦੀ ਸਿਆਸਤ ਬਦਲੂਗੀ, ਪ੍ਰੋਫੈਸ਼ਨਲ ਲੋਕ ਇਹਦੇ ਤੋਂ ਪਾਸੇ ਹੋਣਗੇ, ਫਿਰ ਦੇਸ਼ ਦੇ ਹਾਲਾਤ ਬਦਲਣੇ ਆ। ਅਸੀਂ ਕਰ ਕੀ ਰਹੇ ਆ? ਇੱਕ ਥਾਂ ਦੇ ਉੱਤੇ ਕਿਤੇ ਕੁੱਤਾ ਤੇ ਸ਼ੇਰ ਬੈਠੇ ਹੋਣ ਨਾ, ਤੁਸੀਂ ਕੁੱਤੇ ਨੂੰ ਡਾਂਗ ਮਾਰੋ ਤੇ ਕੁੱਤਾ ਅਗਲੇ ਪੰਜਿਆਂ ਨਾਲ ਤੁਹਾਡੀ ਡਾਂਗ ਫੜ ਲੈਂਦਾ। ਇਹੋ ਡਾਂਗ ਕਿ ਸ਼ੇਰ ਨੂੰ ਮਾਰੋ ਤੇ ਸ਼ੇਰ ਡਾਂਗ ਨਹੀਂ ਫੜਦਾ, ਉਹ ਫੜ ਕੇ ਬੰਦਾ ਹੀ ਨਿਪਟਾ ਦਿੰਦਾ, ਕਿਉਂਕਿ ਉਹਨੂੰ ਪਤਾ ਕਿ ਜਿਹੜੀ ਮੁਸ਼ਕਲ ਹੈ ਉਹ ਡਾਂਗ ਨਹੀਂ ਹੈ, ਉਹ ਮੁਸ਼ਕਲ ਮਗਰ ਇਹਨੂੰ ਡਾਂਗ ਚਲਾਉਣ ਵਾਲਾ ਹੈ। ਜਿੰਨੀ ਦੇਰ ਤੁਸੀਂ ਦੇਸ਼ ਦੀ, ਜਿੰਨੀ ਦੇਰ ਤੁਸੀਂ ਸੂਬੇ ਦੀ ਸਿਆਸਤ ਨਹੀਂ ਬਦਲਦੇ, ਉਨੀ ਦੇਰ ਸਾਡਾ ਕੋਈ ਭਲਾ ਨਹੀਂ ਹੋ ਸਕਦਾ, ਸਾਡਾ ਸੂਬਾ ਨਹੀਂ ਸੁਧਰ ਸਕਦਾ। ਇੱਥੇ ਹੋਣ ਕੀ ਦਿਆ? ਹਰ ਬੰਦਾ ਸੱਚਾ ਹੋਣ ਲਈ ਕਿਸਾਨਾਂ ਦੇ ਵਿੱਚ ਸਮੇਤ ਮੇਰੇ
ਆਪਣੀ ਰਣਨੀਤੀ, ਆਪਣੀ ਰਾਜਨੀਤੀ, ਆਪਣੀ ਜਾਨ ਛੁਡਾ ਰਿਹਾ। ਕੀ ਕੈਪਟਨ ਅਮਰਿੰਦਰ ਸਿੰਘ, ਕੀ ਸੁਖਬੀਰ ਬਾਦਲ, ਕੀ ਰਾਹੁਲ ਗਾਂਧੀ? ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ। ਮੈਨੂੰ ਬੜਾ ਦੁੱਖ ਹੋਇਆ ਜੇ ਤੇ ਕੋਈ ਭੋਲਾ ਭਾਲਾ ਬੰਦਾ ਉਹਦੀ ਇਹ ਤਾਰੀਫ ਕਰੇ ਨਾ ਕਿ ਕੈਪਟਨ, ਮੇਰੇ ਨਿੱਜੀ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਸੰਬੰਧ ਨੇ, ਪਰ ਮੈਂ ਆਪਣੇ ਸੂਬੇ ਦਾ ਸਕਾਂ। ਕਈ ਜਿਹੜੇ ਪੜ੍ਹੇ ਲਿਖੇ ਲੋਕ ਉਹ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਵਧੀਆ ਕੰਮ ਕਰ ਦਿੱਤਾ। ਕੀ ਮੈਨੂੰ ਦੱਸੋ, ਵਿਧਾਨ ਸਭਾ ਦੇ ਵਿੱਚ ਕੀਤਾ ਬਿੱਲ ਪਾਸ ਦੇਸ਼ ਦੇ ਬਿੱਲ ਨੂੰ ਕੱਟ ਸਕਦਾ? ਕਿਤੇ ਨਹੀਂ ਕੱਟ ਸਕਦਾ। ਕਿਉਂ ਸੋਲੇ ਗਾਉਂਦੇ ਹੋ ਇਸ ਤਰੀਕੇ ਤੇ? ਕੈਪਟਨ ਅਮਰਿੰਦਰ ਸਿੰਘ ਇਹ ਵੀ ਬਿੱਲ ਪਾਸ ਕਰ ਦੇਣ ਕਿ ਮੇਰੇ ਦੇਸ਼ ਦੇ ਵਿੱਚ, ਸਾਡੇ ਦੇਸ਼ ਕਤਲ ਦੀ ਸਜ਼ਾ 10 ਸਾਲ ਹੈ, ਉਹ ਬਿੱਲ ਇਹ ਪਾਸ ਕਰ ਦੇਣ ਕਿ ਮੈਂ ਬਿੱਲ ਪਾਸ ਕਰਦਾ ਕਿ ਮੇਰੇ ਸੂਬੇ ਦੇ ਵਿੱਚ ਕਤਲ ਦੀ ਸਜ਼ਾ 1 ਮਹੀਨਾ ਹੋਊਗੀ। ਤੇ ਪੋਸੀਬਲ ਹੈ? ਨਹੀਂ ਹੋ ਸਕਦਾ। ਆਪਣੀ ਸੋਚ ਸਮਝ ਵਰਤੋ। ਕਿਸਾਨਾਂ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਪਊਗਾ। ਉਹ ਸੁਖਬੀਰ ਬਾਦਲ ਟਰੈਕਟਰ ਰੈਲੀਆਂ ਕਰਦਾ, ਘਰ ਵਾਲੇ ਦੀ ਉਹਦੀ ਜਦੋਂ ਬਿੱਲ ਪਾਸ ਹੁੰਦਾ ਤੇ ਉੱਥੇ ਬੈਠੀ ਹੈ, ਸਾਰਾ ਕੁਝ ਕਰਦੀ ਹੈ। ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ। ਜਦੋਂ ਰਾਹੁਲ ਗਾਂਧੀ ਸੀਗਾ, ਕੀ ਗੱਲ ਉਦੋਂ ਇਹ ਕਿਸਾਨਾਂ ਲਈ ਇਹ ਬਿੱਲ ਨਹੀਂ ਲੈ ਕੇ ਆਂਦੇ ਰਹੇ? ਮੈਂ ਕਹਿੰਦਾ ਕਿ ਜਦੋਂ ਦੇਸ਼ ਦੇ ਵਿੱਚ 2004 ਤੋਂ 14 ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਮੇਰਾ ਖਿਆਲ ਹੈ ਉਦੋਂ ਜਿਹੜੇ ਕਿਸਾਨਾਂ ਨੇ 1,71,000 ਕਿਸਾਨ ਨੇ ਸੁਸਾਈਡ ਕੀਤਾ। 1,71,000 ਨੇ। ਉਦੋਂ ਰਾਹੁਲ ਗਾਂਧੀ ਨੇ ਕੀ ਕਰ ਲਿਆ? ਆ ਹੁਣ ਰੇਪ ਹੋਇਆ ਤੇ ਰਾਹੁਲ ਗਾਂਧੀ ਜੀ ਪਹੁੰਚਦੇ ਨੇ ਉੱਥੇ ਹਾਥਰਸ। ਆ ਮੈਂ ਉਹਨੂੰ ਡਾਟਾ ਦਿੰਦਾ ਕਿ ਰਾਹੁਲ ਗਾਂਧੀ ਜੀ ਆ ਵੇਖੋ ਕਿ 2,61,284 ਰੇਪ ਤੁਹਾਡੇ 2004 ਤੋਂ 14 ਤੱਕ, ਜਦੋਂ ਤੱਕ ਤੁਹਾਡੀ ਸਰਕਾਰ ਰਹੀ ਹੈ ਉਦੋਂ ਤੱਕ ਹੋਏ ਨੇ। ਉਦੋਂ ਕਿੱਥੇ ਕਿੱਥੇ ਤੁਸੀਂ ਦੌਰਾ ਕੀਤਾ? 2,61,000 ਦਾ ਮਤਲਬ ਕੀ ਹੈ ਕਿ ਇੱਕ ਦਿਨ ਦੇ ਵਿੱਚ ਤੁਸੀਂ 10,000 ਥਾਂ ਤੇ ਜਾ ਸਕਦੇ ਹੋ। ਫਿਰ ਤੇ ਤੁਹਾਡੀ ਸਾਰੀ ਉਮਰ ਕਿਆ ਰੇਪ ਹੋਣ ਵਾਲੇ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਜਾ ਬੀਤ ਸਕਦੀ ਸੀ। ਕੇਵਲ ਲੋਕਾਂ ਨੂੰ ਮੂਰਖ ਬਣਾਉਂਦੇ ਹੋ, ਕੱਖ ਨਹੀਂ ਕਰਦੇ ਔਰ ਅਸੀਂ ਲੋਕ ਮੂਰਖ ਬਣਦੇ। ਇਹਨਾਂ ਤੋਂ ਮੈਚ ਫਿਕਸ ਹੈ ਸਾਰਿਆਂ ਦਾ। ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਸੀ ਪਤਾ ਬਿੱਲ ਪਾਸ ਹੋਣਾ, ਸੁਖਬੀਰ ਬਾਦਲ ਨੂੰ ਨਹੀਂ ਸੀ ਪਤਾ ਬਿੱਲ ਪਾਸ ਹੋਣਾ। ਸਭ ਚੋਰ ਕੁੱਤੀ ਰਲੇ ਹੋਏ ਨੇ ਕਿ ਕੁਦਰਤ ਦਾ ਵਰਤਾਰਾ ਵੇਖੋ। ਸੱਪ ਖੇਡਦੇ ਮੋਰਾਂ ਨਾਲ, ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ। ਕਿੱਥੇ ਜਾ ਕੇ ਰੋਈਏ ਰੱਬਾ, ਕੁੱਤੀ ਰਲ ਗਈ ਚੋਰਾਂ ਨਾਲ। ਇਹ ਚੋਰ ਕੁੱਤੀ ਰਲੇ ਨੇ। ਔਰ ਮੈਂ ਅੱਜ ਤੁਹਾਡੇ ਮੰਚ ਤੋਂ ਇਹ ਬੇਨਤੀ ਕਰਦਾ ਨੌਜਵਾਨਾਂ ਨੂੰ, ਇਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਰਾਜਨੀਤੀ ਦਾ ਹਿੱਸਾ ਬਣੋ। ਰਾਜਨੀਤੀ ਔਖੀ ਨਹੀਂ ਹੈ। ਇਹ ਰਾਜਨੀਤੀ, ਤੁਸੀਂ ਇੱਕ ਕਲਰਕ ਦੀ ਪੋਸਟ ਲੈਣੀ ਹੋਵੇ ਨਾ, ਪੀਐਨ ਬਣਨਾ ਹੋਵੇ ਤੇ 4 ਤਰੀਕੇ ਦੇ ਤੁਹਾਡੇ ਟੈਸਟ ਕੀਤੇ ਜਾਂਦੇ ਨੇ। 4 ਤਰੀਕੇ ਦੇ ਤੁਹਾਡਾ ਫਿਜ਼ੀਕਲੀ, ਮੈਂਟਲੀ, ਇੰਟਰਵਿਊ, ਪੜ੍ਹਾਈ, ਤਰ੍ਹਾਂ ਦੇ ਟੈਸਟ ਤੁਹਾਡੇ ਕੀਤੇ ਜਾਂਦੇ ਨੇ। ਇਹੋ ਕਿਸੇ ਨੇ ਸਰਪੰਚ ਬਣਨਾ ਹੋਵੇ, ਐਮਐਲਏ ਬਣਨਾ ਹੋਵੇ, ਐਮਪੀ ਬਣਨਾ ਹੋਵੇ, ਕਦੀ ਉਹਦੀ ਪੜ੍ਹਾਈ ਚੈੱਕ ਕੀਤੀ ਕਿਸੇ ਨੇ? ਕਦੀ ਉਹਦੀ ਬਿਮਾਰੀ ਚੈੱਕ ਕੀਤੀ ਕਿ ਇਹਨੇ ਇੰਨਾ ਖਰਚਾ ਕਰਾ ਦੇਣਾ ਵੀ ਇਹਨੇ 5 ਸਾਲ ਕੱਢਣੇ ਵੀ ਹੈਗੇ ਕਿ ਨਹੀਂ ਹੈਗੇ? ਫਿਰ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਆਉਂਦੇ? ਟਕੇ ਦੀਆਂ ਨੌਕਰੀਆਂ ਲੈਣ ਦੀ ਅਸੀਂ ਮਗਰ ਫਿਰਦੇ ਆ ਤੇ ਜੇ ਲੋਕ ਸਾਨੂੰ ਹੱਥਾਂ ਤੇ ਚੁੱਕ ਸਕਦੇ ਆ। ਸੱਚ ਬੋਲੋ, ਰਾਜਨੀਤੀ ਦਾ ਹਿੱਸਾ ਬਣੋ। ਲੀਡਰ ਬਣਨਾ ਕਿੱਡਾ ਔਖਾ ਹੈ। ਕਿਸੇ ਮਹੱਲੇ ਦੇ ਵਿੱਚ, ਕਿਸੇ ਥਾਂ ਦੇ ਉੱਤੇ, ਕਈ ਥਾਵਾਂ ਤੇ ਇੰਨੀਆਂ ਮੁਸ਼ਕਲਾਂ ਨੇ। ਤੁਸੀਂ ਉਸ ਥਾਂ ਦੇ ਉੱਤੇ ਜਾ ਕੇ ਆਪਣੀ ਆਵਾਜ਼ ਬੁਲੰਦ ਕਰੋ, ਉਹਨਾਂ ਲੋਕਾਂ ਦੇ ਨਾਲ ਖੜੇ ਹੋਵੋ। ਲੋਕ ਤੁਹਾਨੂੰ ਰਾਜਨੀਤੀ ਦੇ ਵਿੱਚ ਆਪੇ ਲੈ ਜਾਣਗੇ। ਮੈਂ ਕਹਿੰਦਾ ਇਸ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੋਣਾ। ਕਿੰਨੀ ਕੁ ਦੇਰ ਇਹਨਾਂ ਦੇ ਖਿਲਾਫ ਧਰਨੇ ਲਾਵਾਂਗੇ, ਕਿੰਨੀ ਕੁ ਦੇਰ ਇਹਨਾਂ ਦੇ ਖਿਲਾਫ ਬੋਲਾਂਗੇ? ਇਹ ਮੂਵਮੈਂਟ ਚੱਲ ਰਹੀ ਹੈ। ਦੱਸ ਦੇਈਏ ਕਿ 4 ਅਕਤੂਬਰ ਤੋਂ ਸ਼ੰਭੂ ਮੋਰਚਾ ਲਗਾਇਆ ਗਿਆ ਹੈ, ਜਿਸ ਵਿੱਚ ਵਿਦਵਾਨਾਂ, ਅਦਾਕਾਰਾਂ ਵੱਲੋਂ ਆਪਣੇ ਵਿਚਾਰ ਨੌਜਵਾਨ ਪੀੜ੍ਹੀ ਅੱਗੇ ਰੱਖੇ ਜਾ ਰਹੇ ਨੇ ਤਾਂ ਜੋ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।